ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ। ਮੈਂ ਹਾਂ ਆਂਚਲ ਤੇ ਅੱਜ ਮੈਂ ਤੁਹਾਡੇ ਨਾਲ ਗੱਲ ਕਰਨ ਜਾ ਰਹੀ ਹਾਂ ਉਸ ਸ਼ਖਸੀਅਤ ਬਾਰੇ ਜਿਸ ਨੇ ਆਪਣੀ ਜ਼ਿੰਦਗੀ ਦੇ ਵਿੱਚ ਆਈਆਂ ਸਾਰੀਆਂ ਹੀ ਔਕੜਾਂ ਨੂੰ ਬੜੀ ਸੰਜੀਦਗੀ ਦੇ ਨਾਲ ਪਾਰ ਕੀਤਾ ਹੈ। ਪਰਿਵਾਰ ਦੇ ਸਾਥ ਨੇ ਉਹਨਾਂ ਨੂੰ ਕਦੇ ਡੋਲਣ ਨਹੀਂ ਦਿੱਤਾ। ਜੀ ਹਾਂ, ਇੱਥੇ ਮੈਂ ਗੱਲ ਕਰਨ ਜਾ ਰਹੀ ਹਾਂ ਸਾਰੂ ਰਾਣਾ ਦੀ। ਸਾਰੂ ਰਾਣਾ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਅਵਾਰਡ ਹਾਸਲ ਕੀਤੇ ਨੇ, ਪਰ ਇਹ ਅਵਾਰਡ ਹਾਸਲ ਕਰਨ ਤੱਕ ਦਾ ਸਫ਼ਰ ਕਿਹੋ ਜਿਹਾ ਰਿਹਾ ਹੈ, ਆਓ ਜਾਣਦੇ ਹਾਂ ਇਸ ਰਿਪੋਰਟ ਦੇ ਵਿੱਚ। ਜਜ਼ਬਾ ਰੱਖੋ ਹਰ ਪਲ ਜਿੱਤਣ ਦਾ, ਕਿਉਂਕਿ ਕਿਸਮਤ ਬਦਲੇ ਨਾ ਬਦਲੇ ਪਰ ਵਕਤ ਜ਼ਰੂਰ ਬਦਲਦਾ ਹੈ। ਦੋਸਤੋ, ਅੱਜ ਅਸੀਂ ਗੱਲ ਕਰਦੇ ਹਾਂ ਪੰਜਾਬ ਦੀ ਰਹਿਣ ਵਾਲੀ ਸਾਰੂ ਰਾਣਾ ਦੀ, ਜੋ ਕਿ ਹੁਣ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ਦੀ ਵਾਸੀ ਹੈ। ਸਾਰੂ ਰਾਣਾ ਨੇ ਪੰਜਾਬੀਆਂ ਦਾ ਨਾਂ ਰੌਸ਼ਨ ਕਰਦਿਆਂ ਪ੍ਰਾਈਡ ਆਫ ਆਸਟ੍ਰੇਲੀਆ ਦਾ ਅਵਾਰਡ ਹਾਸਲ ਕੀਤਾ ਹੈ। ਸਾਰੂ ਨੂੰ ਇਹ ਅਵਾਰਡ ਉਸਦੀ ਸਮਾਜ ਭਲਾਈ ਦੇ ਕੰਮਾਂ ਕਰਕੇ ਨਿਊਜ਼ ਕਾਰਪੋਰੇਸ਼ਨ ਵੱਲੋਂ ਦਿੱਤਾ ਗਿਆ। ਸਾਰੂ ਆਪਣੀ ਇਸ ਸੰਸਥਾ ਰਾਹੀਂ ਮਨੁੱਖੀ ਅਧਿਕਾਰਾਂ, ਘਰੇਲੂ ਹਿੰਸਾ, ਬੱਚਿਆਂ ਨੂੰ ਜਾਗਰੂਕ ਕਰਨਾ, ਸਰੀਰਕ ਸ਼ੋਸ਼ਣ ਵਰਗੇ ਅਨੇਕ ਸੰਵੇਦਨਸ਼ੀਲ ਮੁੱਦਿਆਂ ਉੱਪਰ ਲੋਕਾਂ ਨੂੰ ਜਾਗਰੂਕ ਕਰਦੀ। ਇਸ ਮੁਕਾਮ ਤੇ ਪਹੁੰਚਣਾ ਕੋਈ ਸੌਖਾ ਨਹੀਂ ਸੀ। ਸਾਰੂ ਵਿੱਚ ਇੱਕ ਆਤਮ ਵਿਸ਼ਵਾਸ ਪੈਦਾ ਕਰਨ ਵਿੱਚ ਅਤੇ ਇੱਥੇ ਤੱਕ ਪਹੁੰਚਣ ਦੀ ਕਹਾਣੀ ਬਹੁਤ ਲੰਬੀ ਹੈ। ਤੇ ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਕੌਣ ਹੈ ਸਾਰੂ ਰਾਣਾ ਅਤੇ ਉਹ ਇਸ ਮੁਕਾਮ ਤੇ ਕਿਹੜੇ ਤੂਫਾਨਾਂ ਨੂੰ ਪਾਰ ਕਰਕੇ ਪਹੁੰਚੀ ਹੈ। ਪੰਜਾਬੀ ਮੁਸਲਿਮ ਮਾਂ ਅਤੇ ਸਿੱਖ ਪਿਤਾ ਦੇ ਘਰ ਜੰਮੀ ਸਾਰੂ ਰਾਣਾ, ਜਿਸ ਨੇ ਜ਼ਿੰਦਗੀ 'ਚ ਕਦੇ ਹਾਰ ਨਹੀਂ ਮੰਨੀ। ਬਸ ਆਪਣੀ ਜ਼ਿੰਦਗੀ ਦੇ ਸਫ਼ਰ 'ਚ ਆਈਆਂ ਹਰ ਔਕੜਾਂ ਨੂੰ ਆਪਣੀ ਸ਼ਕਤੀ ਬਣਾ ਕੇ ਅੱਗੇ ਵਧਣਾ ਜਿਵੇਂ ਉਸ ਦਾ ਸ਼ੌਂਕ ਰਿਹਾ ਹੋਵੇ। ਤੇ ਉਹ ਅੱਜ ਜਿਸ ਮੁਕਾਮ ਤੇ ਹੈ, ਉੱਥੇ ਪਹੁੰਚਣਾ ਹਰ ਇੱਕ ਔਰਤ ਦਾ ਸੁਪਨਾ ਹੁੰਦਾ ਹੈ। ਵੈਸੇ ਸਾਰੂ ਦੇ ਜੀਵਨ ਦਾ ਅਸਲੀ ਸਫ਼ਰ ਸ਼ੁਰੂ ਹੋਇਆ ਪੰਜਾਬ ਯੂਨੀਵਰਸਿਟੀ। ਉਹ ਮਾਸਟਰ ਆਫ ਆਰਟ ਦੀ ਡਿਗਰੀ ਕਰ ਰਹੀ ਸੀ। ਮਨ 'ਚ ਬੜਾ ਚਾਅ ਸੀ ਯੂਨੀਵਰਸਿਟੀ 'ਚ ਪੜ੍ਹਨ ਦਾ, ਨਵੇਂ ਦੋਸਤ ਬਣਾਉਣ ਦਾ ਤੇ ਸਭ ਤੋਂ ਵੱਧ ਨਵੇਂ ਚੈਲੰਜਸ ਫੇਸ ਕਰਨ ਦਾ, ਕਿਉਂਕਿ ਸਾਰੂ ਰਾਣਾ ਨੂੰ ਖਤਰਿਆਂ ਦੇ ਖਿਡਾਰੀ ਵੀ ਕਿਹਾ ਜਾ ਸਕਦਾ ਹੈ। ਯੂਨੀਵਰਸਿਟੀ 'ਚ ਪੜ੍ਹਦੇ ਸਮੇਂ ਦੌਰਾਨ ਉਸਨੇ ਆਪਣੇ ਆਲੇ ਦੁਆਲੇ ਦਾ ਮਾਹੌਲ ਦੇਖਿਆ ਤਾਂ ਉਸਨੂੰ ਕੁਝ ਠੀਕ ਜਿਹਾ ਮਹਿਸੂਸ ਨਹੀਂ ਹੋਇਆ, ਜਿਵੇਂ ਕਿ ਵਿਦਿਆਰਥੀਆਂ ਨਾਲ HOD ਦਾ ਰਵੱਈਆ, ਰਿਸਰਚ ਸਕਾਲਰ ਦਾ ਵਿਦਿਆਰਥੀਆਂ ਤੇ ਬੇਵਜ੍ਹਾ ਰੌਬ ਪਾਉਣਾ। ਜਦੋਂ ਵੀ ਯੂਨੀਵਰਸਿਟੀ ਦੇ ਕਿਸੇ ਫੰਕਸ਼ਨ ਵਿੱਚ ਵਾਈਸ ਚਾਂਸਲਰ ਨੇ ਆਉਣਾ ਹੁੰਦਾ ਸੀ ਤਾਂ ਸਾਰੂ ਅਤੇ ਉਸਦੀ ਇੱਕ ਹੋਰ ਦੋਸਤ ਨੂੰ ਡਰਾਈ ਫਰੂਟ ਦੀ ਪਲੇਟ ਅਤੇ ਕੋਲਡ ਡਰਿੰਕ ਦੇ ਕੇ ਭੇਜਿਆ ਜਾਂਦਾ ਸੀ। ਤੇ ਫਿਰ ਇਹ ਸਿਲਸਿਲਾ ਲਗਾਤਾਰ ਸ਼ੁਰੂ ਹੋ ਗਿਆ। ਪੜ੍ਹਾਈ ਦੇ ਸਮੇਂ ਦੌਰਾਨ ਕਈ ਵਾਰ ਉਸਨੇ ਪੁਰਾਣੇ ਵਿਦਿਆਰਥੀਆਂ ਤੋਂ ਕੁਝ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ, ਪਰ ਕਿਸੇ ਨੇ ਵੀ ਮੂੰਹ ਖੋਲ੍ਹਣਾ ਮੁਨਾਸਬ ਨਾ ਸਮਝਿਆ। ਫਿਰ ਇੱਕ ਦਿਨ ਰਿਸਰਚ ਸਕਾਲਰ ਨੇ ਸਾਰੂ ਰਾਣਾ ਨੂੰ ਕਿਹਾ ਕਿ ਦਿੱਲੀ 'ਚ ਇੱਕ ਐਗਜ਼ੀਬਿਸ਼ਨ ਹੋ ਰਹੀ ਹੈ, ਜਿਸ ਵਿੱਚ ਯੂਨੀਵਰਸਿਟੀ ਦੇ ਬਾਕੀ ਵਿਦਿਆਰਥੀਆਂ ਦੇ ਨਾਲ ਉਸ ਨੂੰ ਵੀ ਜਾਣਾ ਪਵੇਗਾ। ਹਾਲਾਂਕਿ ਸਾਰੂ ਇਸ ਦੇ ਲਈ ਤਿਆਰ ਨਹੀਂ ਸੀ, ਪਰ ਉਸ ਨੂੰ ਜਾਣਾ ਪਿਆ। ਉੱਥੇ ਜਾ ਕੇ ਸਾਰੂ ਨੂੰ ਨਿਰਦੇਸ਼ ਦਿੱਤੇ ਗਏ ਕਿ ਉਹ ਫੰਕਸ਼ਨ ਦੌਰਾਨ ਅਤੇ ਬਾਅਦ ਵਿੱਚ ਵੀ ਵਾਈਸ ਚਾਂਸਲਰ ਦੇ ਨਾਲ ਹੀ ਰਹੇਗੀ। ਇਹ ਗੱਲ ਉਸ ਨੂੰ ਖੜਕੀ ਕਿ ਕੁਝ ਤਾਂ ਗੜਬੜ ਹੈ। ਫੰਕਸ਼ਨ 'ਚ ਸਪੀਚ ਖਤਮ ਹੁੰਦਿਆਂ ਹੀ ਵਾਈਸ ਚਾਂਸਲਰ ਨੇ ਸਾਰੂ ਦੇ ਕੰਨ ਵਿੱਚ ਕਿਹਾ ਕਿ ਉਹ ਉਹਨਾਂ ਦੇ ਨਾਲ ਹੀ ਰਹੇ ਅਤੇ ਬਾਅਦ ਵਿੱਚ ਵੀ, ਪਰ ਸਾਰੂ ਨੇ ਉਸ ਦੀ ਨਹੀਂ ਸੁਣੀ ਤੇ ਉਹ ਬੱਸ ਵਿੱਚ ਜਾ ਕੇ ਬਾਕੀ ਵਿਦਿਆਰਥੀਆਂ ਦੇ ਨਾਲ ਬੈਠ ਗਈ, ਜਿੱਥੇ ਰਿਸਰਚ ਸਕਾਲਰ ਨੇ ਆ ਕੇ ਸਾਰੂ ਨੂੰ ਧਮਕੀ ਦਿੱਤੀ ਕਿ ਤੂੰ ਜੋ ਕੀਤਾ ਹੈ ਉਹ ਸਹੀ ਨਹੀਂ ਕੀਤਾ, ਤੂੰ ਮੈਨੂੰ ਜਾਣਦੀ ਨਹੀਂ, ਜੇ ਮੈਂ ਚਾਹਾਂ ਤੇ ਤੈਨੂੰ ਵਾਈਸ ਚਾਂਸਲਰ ਦੇ ਬੈੱਡ 'ਤੇ ਵੀ ਪਾ ਕੇ ਆ ਸਕਦੀ ਹਾਂ। ਇਹ ਸੁਣ ਕੇ ਸਾਰੂ ਨੂੰ ਪੂਰੀ ਸਾਜ਼ਿਸ਼ ਦਾ ਅੰਦਾਜ਼ਾ ਲੱਗ ਗਿਆ। ਸਾਰੂ ਨੇ ਉਸ ਤੋਂ ਬਾਅਦ ਯੂਨੀਵਰਸਿਟੀ ਜਾਣ ਦੀ ਬਜਾਏ ਸਿੱਧਾ ਆਪਣੇ ਘਰ ਹੀ ਆਉਣਾ ਮੁਨਾਸਬ ਸਮਝਿਆ ਅਤੇ ਸਾਰੀ ਗੱਲ ਆਪਣੀ ਮਾਂ ਨੂੰ ਦੱਸੀ। ਕਹਿੰਦੇ ਨੇ ਹੌਸਲੇ ਬੁਲੰਦ ਹੋਣ ਤਾਂ ਹਰ ਮੰਜ਼ਿਲ ਸਰ ਕੀਤੀ ਜਾ ਸਕਦੀ ਹੈ।
ਫਿਰ ਹੋਈ ਸਾਰੂ ਰਾਣਾ ਦੀ ਲੜਾਈ ਸ਼ੁਰੂ ਜ਼ੁਲਮ ਦੇ ਖਿਲਾਫ। ਸਾਰੂ ਰਾਣਾ ਅਤੇ ਉਸਦੀ ਮਾਂ ਨੇ ਐਚਓਡੀ ਨੂੰ ਰਿਸਰਚ ਸਕਾਲਰ ਬਾਰੇ ਸ਼ਿਕਾਇਤ ਕੀਤੀ, ਪਰ ਅੱਗੋਂ ਉਸਦਾ ਜਵਾਬ ਸੀ ਕਿ ਇਸ ਵਿੱਚ ਕਿਹੜੀ ਵੱਡੀ ਗੱਲ ਹੈ। ਯਾਨੀ ਉਸਨੇ ਸ਼ਿਕਾਇਤ ਨੂੰ ਅਣਗੌਲਿਆ ਕੀਤਾ। ਜਿਸ ਤੋਂ ਨਿਰਾਸ਼ ਸਾਰੂ ਰਾਣਾ ਨੇ ਵਾਈਸ ਚਾਂਸਲਰ ਤੱਕ ਪਹੁੰਚ ਕੀਤੀ ਅਤੇ ਇੱਕ ਚਿੱਠੀ ਰਾਹੀਂ ਰਿਸਰਚ ਸਕਾਲਰ ਅਤੇ ਐਚਓਡੀ ਖਿਲਾਫ ਸ਼ਿਕਾਇਤ ਕੀਤੀ, ਪਰ 3 ਦਿਨ ਬੀਤ ਜਾਣ ਦੇ ਬਾਵਜੂਦ ਚਿੱਠੀ ਦਾ ਕੋਈ ਜਵਾਬ ਨਹੀਂ ਆਇਆ। ਇੱਕ ਪੱਤਰਕਾਰ ਨੇ ਇੱਕ ਫੰਕਸ਼ਨ 'ਚ ਜਦ ਵਾਈਸ ਚਾਂਸਲਰ ਨੂੰ ਉਸ ਬਾਰੇ ਜਵਾਬ ਮੰਗਿਆ ਤਾਂ ਵਾਈਸ ਚਾਂਸਲਰ ਨੇ ਐਚਓਡੀ ਨੂੰ ਸਾਰੂ ਰਾਣਾ ਦੇ ਨਾਲ ਦਫ਼ਤਰ ਬੁਲਾਇਆ। ਇੱਥੇ ਸਾਰੂ ਨੂੰ ਇੱਕ ਕਮਰੇ 'ਚ ਬਿਠਾ ਦਿੱਤਾ ਗਿਆ, ਉਡੀਕ ਕਰਨ ਲਈ ਤੇ ਐਚਓਡੀ ਨਾਲ ਗੱਲਬਾਤ ਕੀਤੀ ਗਈ। ਬਾਅਦ ਵਿੱਚ ਉਸ ਕਮਰੇ 'ਚ ਜਾ ਕੇ ਵਾਈਸ ਚਾਂਸਲਰ ਨੇ ਸਾਰੂ ਰਾਣਾ ਨਾਲ ਬਦਤਮੀਜ਼ੀ ਕੀਤੀ, ਜਿਸ ਦਾ ਵਿਰੋਧ ਕਰਦੀ ਹੋਈ ਸਾਰੂ ਰਾਣਾ ਉੱਥੋਂ ਭੱਜ ਕੇ ਆਪਣੇ ਘਰ ਚਲੀ ਗਈ ਤੇ ਸਾਰੀ ਗੱਲ ਆਪਣੇ ਘਰਦਿਆਂ ਨੂੰ ਦੱਸੀ। ਫਿਰ ਉਸਦੇ ਘਰਦਿਆਂ ਨੇ ਪੁਲਿਸ ਨੂੰ ਉਸਦੀ ਸ਼ਿਕਾਇਤ ਕੀਤੀ। ਇਸ ਪੂਰੀ ਲੜਾਈ ਦੌਰਾਨ ਸਾਰੂ ਰਾਣਾ ਨੂੰ ਪਿੱਛੇ ਧੱਕਣ ਦੀ ਬਹੁਤ ਕੋਸ਼ਿਸ਼ ਕੀਤੀ ਗਈ, ਬਹੁਤ ਸਾਰੇ ਲਾਲਚ ਦਿੱਤੇ ਗਏ, ਪਰ ਸਾਰੂ ਅਤੇ ਉਸਦੇ ਪਰਿਵਾਰ ਨੇ ਹੌਸਲਾ ਨਹੀਂ ਛੱਡਿਆ ਅਤੇ ਇਨਸਾਫ ਵਾਸਤੇ ਲੜਾਈ ਲੜੀ, ਧਰਨੇ ਦਿੱਤੇ, ਕਦੇ ਯੂਨੀਵਰਸਿਟੀ ਦੇ ਬਾਹਰ ਤੇ ਕਦੇ ਪ੍ਰਸ਼ਾਸਨਿਕ ਥਾਵਾਂ ਤੇ। ਇਸ ਦੌਰਾਨ ਬਹੁਤ ਲੋਕਾਂ ਨੇ ਸਾਰੂ ਦਾ ਸਾਥ ਦਿੱਤਾ ਤੇ ਕਈਆਂ ਨੇ ਧਰਨੇ ਤੇ ਬੈਠੀ ਸਾਰੂ ਰਾਣਾ ਨੂੰ ਦੁਆਵਾਂ ਵੀ ਦਿੱਤੀਆਂ। ਫਿਰ 29 ਅਕਤੂਬਰ 2002 ਨੂੰ ਪਟਿਆਲਾ ਦੀ ਸੈਸ਼ਨ ਜੱਜ ਨੇ ਆਈਪੀਸੀ ਦੀ ਧਾਰਾ 376, 511, 294, 354, 506 ਅਤੇ 107 ਦੇ ਤਹਿਤ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜਸਬੀਰ ਸਿੰਘ ਆਲੂਵਾਲੀਆ, ਐਚਓਡੀ ਸਰੋਜ ਰਾਣੀ, ਰਿਸਰਚ ਸਕਾਲਰ ਅਮਨਦੀਪ ਕੌਰ ਅਤੇ ਡਿਪਾਰਟਮੈਂਟ ਦੇ ਸਹਾਇਕ ਟੈਕਨੀਸ਼ੀਅਨ ਜਸਪਾਲ ਦੇ ਖਿਲਾਫ ਮਾਮਲਾ ਦਰਜ ਕਰਨ ਦੇ ਹੁਕਮ ਦਿੱਤੇ। ਫਿਰ ਮਾਮਲਾ ਹਾਈ ਕੋਰਟ ਤੋਂ ਸੁਪਰੀਮ ਕੋਰਟ ਤੱਕ ਵੀ ਗਿਆ। ਇਸ ਲੜਾਈ ਦੌਰਾਨ ਸਾਰੂ ਦਾ ਸਾਰਾ ਉਹ ਸਮਾਂ ਧਰਨਿਆਂ, ਥਾਣਿਆਂ ਅਤੇ ਕੋਰਟ ਕਚਹਿਰੀਆਂ 'ਚ ਗੁਜ਼ਰ ਗਿਆ, ਜਿਹੜਾ ਉਸਨੇ ਪੜ੍ਹਾਈ ਅਤੇ ਹੱਸਣ ਖੇਡਣ ਵਿੱਚ ਬਿਤਾਉਣਾ ਸੀ। ਸਾਰੂ ਦੇ ਭਰਾ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਉਸਦੇ ਪਰਿਵਾਰ ਦੀਆਂ ਗੱਡੀਆਂ 'ਤੇ ਹਮਲੇ ਤੱਕ ਕੀਤੇ ਗਏ। ਕਹਿ ਸਕਦੇ ਹਾਂ ਪਰਿਵਾਰ ਨੂੰ ਪੂਰੀ ਤਰ੍ਹਾਂ ਡਰਾਉਣ ਦੀ ਕੋਸ਼ਿਸ਼ ਕੀਤੀ ਗਈ। ਸਾਰੂ ਡਰੀ ਨਹੀਂ ਅਤੇ ਮਾਤਾ-ਪਿਤਾ ਦੇ ਸਾਥ ਨੇ ਉਸ ਦੀ ਹਰ ਵੇਲੇ ਹੌਸਲਾ ਅਫਜ਼ਾਈ ਕੀਤੀ ਅਤੇ ਉਸ ਨੂੰ ਪਿੱਛੇ ਨਹੀਂ ਹਟਣ ਦਿੱਤਾ। ਇਸ ਦੌਰਾਨ ਫਿਰ ਖਬਰ ਆਈ ਕਿ ਸਰਕਾਰ ਵੱਲੋਂ ਉਸੇ ਹੀ ਵਾਈਸ ਚਾਂਸਲਰ ਨੂੰ ਅਨੰਦਪੁਰ ਸਾਹਿਬ ਦੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਲਗਾਇਆ ਜਾ ਰਿਹਾ, ਜੋ ਸੁਣ ਕੇ ਸਾਰੂ ਅਤੇ ਉਸਦੇ ਪਰਿਵਾਰ ਨੂੰ ਬੜਾ ਦੁੱਖ ਲੱਗਿਆ। ਦੋ 2002 ਤੋਂ ਲੈ ਕੇ 2009 ਤੱਕ ਦਾ ਇਹ ਸਫ਼ਰ ਕੋਈ ਸੌਖਾ ਨਹੀਂ ਸੀ, ਪਰ ਸਾਰੂ ਰਾਣਾ ਦੇ ਪਰਿਵਾਰ ਨੇ ਇਹੀ ਬਿਹਤਰ ਸਮਝਿਆ ਕਿ ਸਾਰੂ ਰਾਣਾ ਨੂੰ ਆਸਟ੍ਰੇਲੀਆ ਭੇਜ ਦਿੱਤਾ ਜਾਵੇ ਉਸ ਦੀ ਅਗਲੀ ਪੜ੍ਹਾਈ ਦੇ ਲਈ। ਸਾਰੂ ਨੇ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ 'ਚ ਮਾਸਟਰ ਇਨ ਐਜੂਕੇਸ਼ਨ ਦੀ ਪੜ੍ਹਾਈ ਕੀਤੀ, ਨਵੇਂ ਦੋਸਤ ਬਣੇ ਤੇ ਜ਼ਿੰਦਗੀ ਦਾ ਨਵਾਂ ਤਜਰਬਾ ਹੋਇਆ। ਪੜ੍ਹਾਈ ਖਤਮ ਕਰਦਿਆਂ ਹੀ ਸਾਰੂ ਨੂੰ ਨੌਕਰੀ ਦੀ ਆਫਰ ਤੱਕ ਵੀ ਆਈ, ਜੋ ਕਿ ਸ਼ਾਇਦ ਉਸ ਦੀ ਮਿਹਨਤ ਅਤੇ ਹਿੰਮਤ ਦਾ ਹੀ ਨਤੀਜਾ ਸੀ। ਪੜ੍ਹਾਈ ਖਤਮ ਹੋਈ ਤੇ ਸਾਰੂ ਦੇ ਇੱਕ ਪੁਰਾਣੇ ਦੋਸਤ ਨੇ ਉਸ ਨਾਲ ਸੋਸ਼ਲ ਮੀਡੀਆ ਰਾਹੀਂ ਸੰਪਰਕ ਕੀਤਾ ਤੇ ਵਿਆਹ ਲਈ ਪ੍ਰਪੋਜ਼ ਕੀਤਾ। ਘਰਦਿਆਂ ਨਾਲ ਗੱਲ ਹੋਈ ਤੇ ਸਭ ਕੁਝ ਫਾਈਨਲ ਹੋ ਗਿਆ। ਸਾਰੂ ਨੇ ਇੰਡੀਆ ਜਾ ਕੇ ਆਪਣੇ ਉਸੇ ਦੋਸਤ ਨਾਲ ਵਿਆਹ ਕਰਵਾ ਲਿਆ। ਸਾਰੂ ਨੇ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕੀਤੀ। ਦਿਲ 'ਚ ਵਿਆਹ ਦੇ ਚਾਅ ਲੈ ਕੇ ਜਦ ਸਾਰੂ ਆਪਣੇ ਸਹੁਰਿਆਂ ਘਰ ਗਈ ਤਾਂ ਸਾਰੂ ਦੀ ਜ਼ਿੰਦਗੀ ਦਾ ਦੂਸਰਾ ਚੈਪਟਰ ਸ਼ੁਰੂ ਹੋ ਗਿਆ, ਜਿਸ ਨੇ ਉਸ ਨੂੰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ। ਸਾਰੂ ਨੂੰ ਉਸਦੇ ਪਤੀ ਵੱਲੋਂ ਜਿਸਮਾਨੀ ਤੌਰ ਤੇ ਹਰਾਸ ਕੀਤਾ ਗਿਆ। ਉਸਦੇ ਸਹੁਰਾ ਪਰਿਵਾਰ ਵੱਲੋਂ ਤੰਗ ਪਰੇਸ਼ਾਨ ਕੀਤਾ ਜਾਣ ਲੱਗਾ, ਪਰ ਸਾਰੂ ਇਸ ਸਭ ਕਿਸੇ ਨੂੰ ਨਾ ਦੱਸ ਪਾਈ, ਕਿਉਂਕਿ ਉਹ ਦੇਸ਼ ਦੀਆਂ ਉਹਨਾਂ ਕੁੜੀਆਂ ਵਾਂਗ ਸੋਚਣ ਲੱਗ ਗਈ ਸੀ ਜਿਹੜਾ ਆਪਣਾ ਘਰ ਵਸਾਉਣ ਦੇ ਲਈ ਸਭ ਕੁਝ ਸਹਿਣ ਕਰ ਜਾਂਦੀਆਂ ਨੇ। ਸਾਰੂ ਫਿਰ ਆਸਟ੍ਰੇਲੀਆ ਚਲੀ ਗਈ, ਜਿੱਥੇ ਫਿਰ ਉਸ ਦੇ ਪਤੀ ਨੇ ਰੋਜ਼ ਉਸ ਨੂੰ ਫੋਨ ਤੇ ਤੰਗ ਪਰੇਸ਼ਾਨ ਕੀਤਾ, ਜਿਸ ਤੋਂ ਬਾਅਦ ਘਰਦਿਆਂ ਦੇ ਕਹਿਣ ਤੇ ਸਾਰੂ ਨੇ ਤਲਾਕ ਲੈ ਲਿਆ। ਤਲਾਕ ਲੈਣ ਦਾ ਫੈਸਲਾ ਕੋਈ ਸੌਖਾ ਨਹੀਂ ਹੁੰਦਾ,
ਪਰ ਜਿੱਥੇ ਹਾਲਾਤ ਅਜਿਹੇ ਹੋ ਜਾਣ ਉੱਥੇ ਸਮਾਂ ਰਹਿੰਦੇ ਜੇ ਫੈਸਲਾ ਨਾ ਲਿਆ ਜਾਵੇ ਤਾਂ ਕਈ ਜ਼ਿੰਦਗੀਆਂ ਬਰਬਾਦ ਹੋ ਸਕਦੀਆਂ ਨੇ। ਸ਼ਾਇਦ ਸਾਰੂ ਰਾਣਾ ਨੇ ਵੀ ਇਹੀ ਸਹੀ ਸਮਝਿਆ। ਜਦੋਂ ਅਸੀਂ ਪਰਸਨਲ ਤੌਰ ਤੇ ਸਾਰੂ ਰਾਣਾ ਦੇ ਨਾਲ ਇਸ ਬਾਰੇ ਗੱਲਬਾਤ ਕੀਤੀ ਸੀ ਤਾਂ ਉਹਨਾਂ ਨੇ ਦੱਸਿਆ ਸੀ ਕਿ ਕਿਸ ਤਰ੍ਹਾਂ ਉਹਨਾਂ ਦੇ ਪਤੀ ਅਤੇ ਸਹੁਰਾ ਪਰਿਵਾਰ ਵੱਲੋਂ ਇਵਨ ਯੂਨੀਵਰਸਿਟੀ ਵਾਲੇ ਕੇਸ ਨੂੰ ਵੀ ਲੈ ਕੇ ਉਹਨਾਂ ਨੂੰ ਗੱਲਾਂ ਸੁਣਾਈਆਂ ਜਾਂਦੀਆਂ ਸੀ। ਕਹਿ ਸਕਦੇ ਹਾਂ ਕਿ ਮਾਨਸਿਕ ਤੌਰ ਤੇ ਟੌਰਚਰ ਕੀਤਾ ਜਾਂਦਾ ਸੀ। ਉਹ ਸਮਾਂ ਬਹੁਤ ਔਖਾ ਸੀ ਉਹਨਾਂ ਲਈ, ਪਰ ਉਹ ਹਿੰਮਤੀ ਔਰਤ ਕਦੇ ਹਾਰੀ ਨਹੀਂ। ਇੱਥੇ ਵੀ ਸਾਰੂ ਦਾ ਉਸਦੇ ਮਾਤਾ ਪਿਤਾ ਨੇ ਪੂਰਾ ਸਾਥ ਦਿੱਤਾ ਤੇ ਜ਼ੁਲਮ ਦੇ ਖਿਲਾਫ ਡਟ ਕੇ ਖੜੇ ਰਹੇ। ਫਿਰ ਸਾਰੂ ਨੇ ਆਪਣੀ ਆਵਾਜ਼ ਬੁਲੰਦ ਰੱਖਣ ਲਈ ਐਡੀਲੇਡ ਵਿੱਚ ਰਾਬਤਾ ਰੇਡੀਓ ਵੀ ਜੁਆਇਨ ਕੀਤਾ, ਜਿੱਥੇ ਉਸਨੇ ਸਮਾਜਿਕ ਬੁਰਾਈਆਂ ਦੇ ਖਿਲਾਫ ਖੁੱਲ੍ਹ ਕੇ ਆਵਾਜ਼ ਬੁਲੰਦ ਕੀਤੀ, ਜਿਸ ਨੇ ਉਸ ਨੂੰ ਹੋਰ ਹਿੰਮਤ ਦਿੱਤੀ ਅੱਗੇ ਵਧਣ ਦੀ। ਆਪਣੀ ਨੌਕਰੀ ਦੌਰਾਨ ਬਣੇ ਅੰਗਰੇਜ਼ ਦੋਸਤ ਬ੍ਰੈਡ ਨੇ ਸਾਰੂ ਨੂੰ ਵਿਆਹ ਪ੍ਰਪੋਜ਼ ਕੀਤਾ, ਜਦਕਿ ਉਸ ਨੂੰ ਸਾਰੂ ਬਾਰੇ ਸਭ ਕੁਝ ਪਤਾ ਸੀ। ਸਾਰੂ ਦੇ ਆਸਟ੍ਰੇਲੀਅਨ ਮੂਲ ਦੇ ਪ੍ਰਤੀ ਬ੍ਰੈਡ ਨੇ ਉਸ ਦੇ ਜ਼ਖਮਾਂ ਨੂੰ ਭਰਨ 'ਚ ਉਸ ਦਾ ਪੂਰਾ ਸਾਥ ਦਿੱਤਾ। ਸਾਰੂ ਦੀ ਬਹੁਤ ਹੀ ਪਿਆਰੀ ਬੇਟੀ ਹੈ ਜਿਸ ਦਾ ਨਾਂ ਉਸਨੇ ਸ਼ਮਸ਼ੀਰ ਰੱਖਿਆ। ਸ਼ਮਸ਼ੀਰ ਇਸ ਲਈ ਕਿਉਂਕਿ ਉਸ ਦੀ ਭੈਣ ਦਾ ਨਾਮ ਸ਼ਮਸ਼ੀਰ ਹੈ। ਉਸ ਦੇ ਪਹਿਲੇ ਵਿਆਹ ਤੋਂ ਬਾਅਦ ਸਾਰੂ ਆਪਣੀ ਭੈਣ ਨਾਲ ਹੀ ਸਭ ਕੁਝ ਸਾਂਝਾ ਕਰਦੀ ਹੁੰਦੀ ਸੀ, ਜਿਸ ਨੇ ਉਸ ਨੂੰ ਬਹੁਤ ਹਿੰਮਤ ਦਿੱਤੀ ਤੇ ਕਦੇ ਵੀ ਕਿਸੇ ਵੀ ਫੈਸਲੇ ਅਤੇ ਔਖੇ ਵੇਲੇ ਵਿੱਚ ਇਕੱਲਿਆਂ ਨਹੀਂ ਛੱਡਿਆ। ਆਪਣੀ ਜ਼ਿੰਦਗੀ ਤੋਂ ਪ੍ਰੇਰਿਤ ਹੋ ਕੇ ਅਤੇ ਆਪਣੇ ਪਤੀ ਦੀ ਮਦਦ ਦੇ ਨਾਲ ਸਾਰੂ ਨੇ ਇੱਕ ਸ਼ਮਸ਼ੀਰ ਨਾਂ ਦੀ ਸੰਸਥਾ ਖੋਲ੍ਹੀ, ਜਿਸ ਰਾਹੀਂ ਉਸਨੇ ਡੋਮੈਸਟਿਕ ਵਾਇਲੈਂਸ ਦੀ ਸ਼ਿਕਾਰ ਔਰਤਾਂ ਦੀ ਮਦਦ ਕਰਨੀ ਸ਼ੁਰੂ ਕੀਤੀ। ਉਹਨਾਂ ਔਰਤਾਂ ਦਾ ਸਹਾਰਾ ਬਣੀ ਸਾਰੂ ਨੇ ਸਮਾਜਿਕ ਸੇਵਾ 'ਚ ਆਪਣਾ ਪੂਰਾ ਸਮਾਂ ਦਿੱਤਾ ਅਤੇ ਆਪਣੇ ਪਤੀ ਅਤੇ ਆਪਣੀ ਕਮਾਈ ਦੇ ਕੁਝ ਹਿੱਸੇ ਨੂੰ ਬਚਾ ਕੇ ਹਰ ਬਣ ਦੀ ਮਦਦ ਕੀਤੀ। ਸਾਰੂ ਦੇ ਕੀਤੇ ਇਨ੍ਹਾਂ ਕੰਮਾਂ ਕਰਕੇ ਹੀ ਉਸ ਨੂੰ ਸਾਊਥ ਆਸਟ੍ਰੇਲੀਆ ਦੀਆਂ ਕਈ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ। ਪਰ ਨਿਊਜ਼ ਕਾਰਪੋਰੇਸ਼ਨ ਵੱਲੋਂ ਦਿੱਤੇ ਗਏ ਪ੍ਰਾਈਡ ਆਫ ਆਸਟ੍ਰੇਲੀਆ ਦੇ ਇਸ ਅਵਾਰਡ ਨੇ ਪੰਜਾਬੀਆਂ ਦਾ ਸਿਰ ਹੋਰ ਉੱਚਾ ਕਰ ਦਿੱਤਾ। ਸਾਰੂ ਬੜੀ ਹੀ ਦਲੇਰੀ ਅਤੇ ਬੇਬਾਕੀ ਦੇ ਨਾਲ ਹਰ ਮੁਸ਼ਕਿਲ ਦਾ ਸਾਹਮਣਾ ਕਰਦੀ ਹੈ। ਸਾਰੂ ਦੀ ਸਮਾਜਿਕ ਬੁਰਾਈਆਂ ਦੇ ਖਿਲਾਫ ਜੰਗ ਜਾਰੀ ਰਹੇਗੀ ਕਿਉਂਕਿ ਜ਼ਿੰਦਗੀ ਦਾ ਸਫ਼ਰ ਅਜੇ ਬਾਕੀ ਹੈ। ਦਰਸ਼ਕੋ, ਸਾਡੀ ਇਸ ਪੇਸ਼ਕਸ਼ ਦੇ ਜ਼ਰੀਏ ਸਮਾਜ ਦੀਆਂ ਬਾਕੀ ਕੁੜੀਆਂ ਨੂੰ ਵੀ ਇਹੀ ਸੰਦੇਸ਼ ਹੈ ਕਿ ਜੇਕਰ ਹਰ ਇੱਕ ਕੁੜੀ ਦੇ ਵਿੱਚ ਦਲੇਰੀ ਅਤੇ ਬੇਬਾਕੀ ਨਾਲ ਮੁਸੀਬਤ ਦਾ ਸਾਹਮਣਾ ਕਰਨ ਦੀ ਹਿੰਮਤ ਹੋਵੇ ਤਾਂ ਹਰ ਇੱਕ ਸਮਾਂ ਬਹੁਤ ਹੀ ਸੰਜੀਦਗੀ ਦੇ ਨਾਲ ਕੱਢਿਆ ਜਾ ਸਕਦਾ ਹੈ।